ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਰਿਵਰ ਸਿਸਟਮ ਜਿਹੜਾ ਉਹ ਕਵਰ ਕਰਨਾ ਹੈ। ਔਰ ਰਿਵਰ ਸਿਸਟਮ ਦਾ ਇੱਕ ਪਾਰਟ ਨੰਬਰ ਫਸਟ ਹੈ, ਪਾਰਟ ਨੰਬਰ ਸੈਕਿੰਡ ਆਪਾਂ ਫਿਰ ਕਰਾਂਗੇ ਡਿਸਕਸ। ਰਿਵਰ ਸਿਸਟਮ ਨੂੰ ਨਾ ਬੇਸਿਕਲੀ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ। ਦੇਖੋ, ਲੈਟਸ ਸੀ ਦਿਸ ਇਜ਼ ਦਾ ਲਾਈਨ that divides India into two parts. That the name of that line is Tropic of Cancer. Tropic of Cancer ਇੰਡੀਆ ਨੂੰ ਦੋ ਪਾਰਟ 'ਚ ਡਿਵਾਈਡ ਕਰ ਰਹੀ ਹੈ। ਉੱਪਰ ਵਾਲਾ ਪਾਰਟ ਹੈ ਜਿਹੜਾ, ਉੱਪਰ ਵਾਲੇ ਪਾਰਟਸ ਦੇ ਵਿੱਚ ਜੋ ਰਿਵਰਸ ਆਉਣਗੀਆਂ ਇਹਨੂੰ ਨੋਰਦਰਨ ਰਿਵਰ ਜਾਂ ਇਸ ਰਿਵਰਸ ਨੂੰ ਹਿਮਾਲਯਨ ਰਿਵਰਸ ਆਪਾਂ ਕਵਾਂਗੇ। ਔਰ ਨੀਚੇ ਵਾਲੇ ਪਾਰਟਸ ਦਾ ਜਿਹੜਾ, ਕਿਉਂਕਿ ਇਹ ਪੈਨਿਨਸੂਲਰ ਇੰਡੀਆ, ਤਾਂ ਆਹ ਵਾਲੇ ਜਿਹੜਾ ਸਾਰੇ ਇੰਡੀਆ ਨੂੰ ਆਪਾਂ ਪੈਨਿਨਸੂਲਰ ਰਿਵਰਸ ਦੇ ਨਾਲ ਡਿਸਕਸ ਕਰਿਆ ਕਰਾਂਗੇ। ਠੀਕ ਹੈ, ਪੈਨਿਨਸੂਲਰ ਰਿਵਰ। ਠੀਕ ਹੈ, ਹੁਣ ਤੁਹਾਨੂੰ ਪਤਾ ਹੀ ਹੋਏਗਾ ਸਭ ਨੂੰ ਕਿ ਪੈਨਿਨਸੂਲਰ ਉਹ ਵਾਲਾ ਏਰੀਆ ਹੁੰਦਾ ਜਿਹਨੂੰ ਤਿੰਨ ਸਾਈਡ ਤੋਂ ਪਾਣੀ ਟੱਚ ਹੋ ਰਿਹਾ ਹੁੰਦਾ, ਅਤੇ ਜਿਹੜਾ ਇਹ ਨੀਚੇ ਵਾਲਾ ਬੋਟਮ ਵਾਲਾ ਇੰਡੀਆ ਇਸ ਟ੍ਰੋਪਿਕ ਆਫ ਕੈਂਸਰ ਦੇ ਨੀਚੇ ਵਾਲਾ ਇਹਨੂੰ ਤਿੰਨ ਸਾਈਡ ਤੋਂ ਪਾਣੀ ਟੱਚ ਹੋ ਰਿਹਾ। ਸੋ ਮਾਈ ਪੁਆਇੰਟ ਇਜ਼ ਕਿ ਟੂਡੇ ਵੀ ਵਿਲ ਡਿਸਕਸ ਅਬਾਊਟ ਦਾ ਹਿਮਾਲਯਨ ਰਿਵਰ ਔਰ ਆਈ ਕੈਨ ਸੀ ਦਾ ਨੋਰਦਰਨ ਰਿਵਰ। ਤਿੰਨ ਆਪਾਂ ਇਹਨੂੰ ਲੈਕਚਰ ਨੂੰ ਸਟਾਰਟ ਕਰਦੇ ਹਾਂ। ਵੀਡੀਓ ਅੱਛੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ। ਹਾਂਜੀ, ਫਸਟ ਰਿਵਰ ਹੈ ਗੰਗਾ ਰਿਵਰ। ਜਿਹੜੀ ਗੰਗਾ ਹੈ ਇਹ ਹੋਲੀਐਸਟ ਰਿਵਰ ਹੈ, ਸਭ ਤੋਂ ਪਵਿੱਤਰ ਨਦੀ ਹੈ, ਔਰ ਇਸ ਦੀ ਜਿਹੜੀ ਟੋਟਲ ਲੰਬਾਈ ਹੈ 2525 ਕਿਲੋਮੀਟਰ ਹੈ। ਜਿਸ ਦੀ ਸ਼ੁਰੂਆਤ ਇਸ ਨਦੀ ਦੀ ਕਿੱਥੋਂ ਹੁੰਦੀ ਹੈ, ਤਾਂ ਇਸ ਨਦੀ ਦੀ ਜਿਹੜੀ ਸ਼ੁਰੂਆਤ ਹੈ ਉਹ ਉੱਤਰਾਖੰਡ 'ਚ ਹੁੰਦੀ ਹੈ। ਉੱਤਰਾਖੰਡ ਦੇ ਵਿੱਚ ਗੰਗਾ ਨੂੰ, ਗੰਗਾ ਤੋਂ ਇਲਾਵਾ ਭਾਗੀਰਥੀ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤਾਂ ਮੈਂ ਇਹ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਗੰਗਾ ਐਕਚੁਅਲ ਦੇ ਵਿੱਚ ਗੰਗਾ ਦਾ ਨਾਮ ਹੈ ਜਿਹੜਾ ਉਹ ਕਿਵੇਂ ਸਾਹਮਣੇ ਆਉਂਦਾ। ਤਾਂ ਫਸਟ ਆਫ ਆਲ ਇੱਕ ਪੁਆਇੰਟ ਹੈ ਜਿਸ ਪੁਆਇੰਟ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਪੁਆਇੰਟ ਹੈ ਜਿਸ ਨੂੰ ਤੁਸੀਂ ਗਊਮੁਖ ਕਹਿੰਦੇ ਹੋ। ਗਊਮੁਖ, ਇਸ ਗਊਮੁਖ ਤੋਂ ਗੰਗਾ ਦਾ ਓਰੀਜਨ ਹੁੰਦਾ, ਔਰ ਜਦੋਂ ਇਹਦਾ ਓਰੀਜਨ ਹੁੰਦਾ ਤਾਂ ਇਹਨੂੰ ਇਸ ਨੂੰ ਕੀ ਕਿਹਾ ਜਾਂਦਾ, ਇਸ ਨੂੰ ਉਸ ਟਾਈਮ 'ਤੇ ਭਾਗੀਰਥੀ ਕਿਹਾ ਜਾਂਦਾ ਗੰਗਾ ਨੂੰ। ਦੈਨ ਕੀ ਹੁੰਦਾ, ਭਾਗੀਰਥੀ ਫਲੋ ਕਰਦੀ ਹੈ, ਔਰ ਦੂਸਰੀ ਸਾਈਡ ਤੋਂ ਇੱਕ ਹੋਰ ਪੁਆਇੰਟ ਹੈ, ਲੈਟਸ ਸੇ ਦਿਸ ਇਜ਼ ਪੁਆਇੰਟ ਨੰਬਰ ਬੀ, ਔਰ ਇਸ ਪੁਆਇੰਟ ਦਾ ਜੋ ਨਾਮ ਹੈ, ਇਸ ਦਾ ਨਾਮ ਹੈ ਬਦਰੀਨਾਥ। ਬਦਰੀਨਾਥ, ਠੀਕ ਹੈ। ਇੱਥੋਂ ਓਰੀਜਨ ਹੋ ਚੁੱਕਾ ਹੁੰਦਾ ਅਲਕਨੰਦਾ ਦਾ। ਦੇਖੋ, ਗਊਮੁਖ ਤੋਂ ਓਰੀਜਨ ਹੋਇਆ ਭਾਗੀਰਥੀ ਦਾ, ਗਊਮੁਖ ਤੋਂ ਓਰੀਜਨ ਹੋਇਆ ਭਾਗੀਰਥੀ ਦਾ, ਔਰ ਬਦਰੀਨਾਥ ਤੋਂ ਕਾਹਦਾ, ਕਿਸ ਦਾ ਓਰੀਜਨ ਹੋਇਆ, ਤਾਂ ਇਸ ਦਾ ਤੁਸੀਂ ਆਨਸਰ ਦਓਗੇ ਸਰ, ਇਸ ਦਾ ਓਰੀਜਨ ਹੋਇਆ ਅਲਕਨੰਦਾ ਦਾ ਓਰੀਜਨ ਹੋਇਆ। ਠੀਕ ਹੈ, ਹੁਣ ਅਲਕਨੰਦਾ ਤੇ ਜਿਹੜੀ ਭਾਗੀਰਥੀ ਹੈ ਇਹ ਇੱਕ ਪੁਆਇੰਟ 'ਤੇ ਮੀਟ ਕਰਦੀਆਂ। ਜਿਸ ਪੁਆਇੰਟ 'ਤੇ ਮੀਟ ਕਰਦੀਆਂ ਉਸ ਪੁਆਇੰਟ ਨੂੰ ਦੇਵ ਪ੍ਰਯਾਗ ਕਹਿ ਦਿੱਤਾ ਜਾਂਦਾ ਹੈ। ਦੇਵ ਪ੍ਰਯਾਗ, ਠੀਕ ਹੈ। ਇਸ ਚੀਜ਼ ਦੀ ਸਾਰੀ ਡਿਟੇਲ ਇਸ ਸਲਾਈਡਸ 'ਚ ਹੈ। ਦੇਖੋ, the Ganga head stream is constituted of the two main rivers Bhagirathi and Alkananda। ਦੇਖੋ, ਆਹੀ ਚੀਜ਼ ਮੈਂ ਇੱਥੇ ਐਕਸਪਲੇਨ ਕੀਤੀ ਹੈ। ਆ ਰਿਹਾ ਪੁਆਇੰਟ ਇੱਕ ਗਊਮੁਖ ਜਿੱਥੋਂ ਭਾਗੀਰਥੀ ਨਿਕਲ ਰਹੀ ਹੈ, ਔਰ ਆ ਰਿਹਾ ਅਲਕਨੰਦਾ ਨਦੀ ਜਿਹੜੀ ਕਿੱਥੋਂ ਨਿਕਲ ਰਹੀ ਹੈ, ਬਦਰੀਨਾਥ ਤੋਂ ਨਿਕਲ ਰਹੀ ਹੈ, ਔਰ ਦੋਨੋਂ ਕਿੱਥੇ ਜਾ ਕੇ ਮੀਟ ਕਰ ਰਹੀਆਂ, ਦੇਵ ਪ੍ਰਯਾਗ 'ਤੇ। ਲੇਕਿਨ ਇੱਥੇ ਇੱਕ ਇੰਪੋਰਟੈਂਟ ਗੱਲ ਹੋਰ ਹੈ, ਬਿਫੋਰ ਅਲਕਨੰਦਾ ਮੀਟਸ ਭਾਗੀਰਥੀ, ਕਹਿੰਦਾ ਜਦੋਂ ਅਲਕਨੰਦਾ ਉਹ ਭਾਗੀਰਥੀ 'ਤੇ ਜਾ ਕੇ ਜਿਹੜੀ ਹੈ ਉਹ ਆਪਸ ਜਦੋਂ ਮਿਲਦੀਆਂ, ਅਲਕਨੰਦਾ ਜਿਹੜੀ ਉਹ ਭਾਗੀਰਥੀ ਦੇ ਨਾਲ ਜਾ ਕੇ ਦੇਵ ਪ੍ਰਯਾਗ 'ਤੇ ਮਿਲਦੀ ਹੈ। ਤਾਂ ਉਸ ਤੋਂ ਪਹਿਲਾਂ ਹੁੰਦਾ ਕੀ ਹੈ, ਇੱਕ ਨਦੀ ਹੈ ਹੋਰ ਜਿਸ ਦਾ ਨਾਮ ਹੈ ਮੰਦਾਕਿਨੀ। ਹੁਣ ਤੁਸੀਂ ਇਹਨੂੰ ਐ ਸਮਝੋ ਕਿ ਇੱਥੇ ਨਾ ਬੇਸਿਕਲੀ ਇੱਕ ਇਸ ਜਗ੍ਹਾ 'ਤੇ ਬੇਸਿਕਲੀ ਇਸ ਪੁਆਇੰਟ 'ਤੇ ਆਪਾਂ ਇਸ ਨੂੰ ਬਲੈਕ ਮਾਰਕਰ ਨਾਲ ਐਕਸਪਲੇਨ ਕਰਦੇ ਹਾਂ। ਬੇਸਿਕਲੀ ਇਸ ਪੁਆਇੰਟ 'ਤੇ ਨਾ, ਇਸ ਜਗ੍ਹਾ 'ਤੇ, ਇਸ ਪੁਆਇੰਟ ਦਾ ਨਾਮ ਹੈ ਰੁਦਰ ਪ੍ਰਯਾਗ। ਰੁਦਰ ਪ੍ਰਯਾਗ, ਠੀਕ ਹੈ, ਰੁਦਰ ਪ੍ਰਯਾਗ। ਇਸ ਪੁਆਇੰਟ 'ਤੇ ਨਾ ਅਲਕਨੰਦਾ ਦੇ ਨਾਲ ਇੱਕ ਹੋਰ ਨਦੀ ਆ ਕੇ ਮਿਲਦੀ ਹੈ, ਜਿਹੜੀ ਨਦੀ ਸਾਈਡ ਤੋਂ, ਕਿਤੇ ਸਾਈਡ ਤੋਂ ਇੱਧਰੋਂ ਨਿਕਲ ਰਹੀ ਹੈ। ਠੀਕ ਹੈ, ਔਰ ਇਸ ਨੂੰ ਕੀ ਕਿਹਾ ਜਾਂਦਾ, ਅਤੇ ਤੁਸੀਂ ਕਹੋਗੇ ਸਰ ਇਸ ਨੂੰ ਕਿਹਾ ਜਾਂਦਾ, ਮਾਰਕਰ ਚੇਂਜ ਕਰਕੇ ਐਕਸਪਲੇਨ ਕਰ ਦੇਣਾ ਜੀ। ਇੱਥੋਂ ਨਿਕਲੀ ਹੈ
और इत्थों ਦੀ निकली है। लेट्स सी कि इस जगह तो निकल रही है और इसनूं कहा जाता है मंदाकिनी। मंदाकिनी मंदाकिनी कित्थों निकलती है? तो ये निकलती है केदारनाथ तो। केदारनाथ तो, ठीक है। हुण हुंदा की है, इधरों बद्रीनाथ तो किहड़ी रिवर निकली है? बद्रीनाथ तो सर निकली है अलकनंदा। गौमुख तो किहड़ी रिवर निकली है? तो आपां कहांगे भागीरथी निकली है। गौमुख तो चलते 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 इत्थे आके देव प्रयाग ते कौन पहुँच गई? भागीरथी तो इत्थे पहुँच गई, ठीक है, ओके। दैन इस साइड तो बद्रीनाथ तो निकली सी अलकनंदा, आ अलकनंदा जा रही सी। जो अलकनंदा इत्थे पहुंची तो इहदे नाल किहड़ी रिवर आके मिल गई? तो इहदे नाल रिवर आके मिल गई मंदाकिनी। मंदाकिनी कित्थे है? इत्थे जाके मिल गई, ठीक है। इस चीज़ मैं एक बार फिर एक्सप्लेन कर देना, तुहानूं होर चंगी तरह क्लीयर हो जाएगा। देखो मैं की क्या, बेसिकली आ एक 3 पॉइंट्स आप लेके चलते हैं। पॉइंट नंबर 1, पॉइंट नंबर 2 और इत्थे नीचे पॉइंट नंबर 3। जिहड़ी आ वाली नदी आ रही है, ये वाली जिहड़ी नदी है इसका नाम है भागीरथी। कित्थों निकली है? तो भागीरथी मैं इस साइड ते लिख देना। भागीरथी कित्थों निकली है? तो ये निकली है गौमुख तो, ठीक है, ओके। आ वाले पॉइंट का नाम की है? तो तुसी आंसर दोगे सर आ वाला पॉइंट का नाम है देव प्रयाग, YAG, देव प्रयाग। आ वाले पॉइंट तो केड़ी रिवर निकल रही है? तो इस पॉइंट तो रिवर निकली है इस तो निकल रही है अपनी अलकनंदा, ठीक है। अलकनंदा कित्थे जाके मिल रही है? तो अपना आंसर होएगा कि देव प्रयाग ते जाके मिल रही है। लेकिन अलकनंदा इकल्ली नहीं देव प्रयाग ते जाके मिलती। अलकनंदा दे नाल एक होर नदी आके मिलती है जिसका नाम की है? उस नदी का नाम है मंदाकिनी। उस नदी का नाम है मंदाकिनी, ठीक है। सो गंगा इत्थे देव प्रयाग ते इनू की नाम दिता जाता है? तो भागीरथी का नाम बदल के की हो जाता है? गंगा हो जाता है, ठीक है। और ये सारे पॉइंट भागीरथी हो गया, अलकनंदा हो गया, जड़ियाँ तिन्ने नदियाँ भागीरथी, अलकनंदा और मंदाकिनी तिन्ने कित्थे है? उत्तराखंड दे विच है। जे पूछा जाए भी भागीरथी पर्टिकुलर पॉइंट किहड़ा है तो तुसी आंसर दे दोगे फस्ट, मैनू इस साइड एक्सप्लेन कर रहा। भागीरथी की है? गौमुख तो निकली है। पूछा जाए अलकनंदा कित्थों निकली है तो तुहाडा आंसर आएगा सर अलकनंदा बद्रीनाथ तो निकली है। अगर तुहानूं पूछा जाए मंदाकिनी कित्थों निकली है तो मंदाकिनी कित्थों निकली है? मंदाकिनी निकली है केदारनाथ तो। केदारनाथ तो आ 3 हो गए। जिहड़ी भागीरथी है वो गौमुख हो गया, अलकनंदा हो गया बद्रीनाथ और मंदाकिनी हो गया केदारनाथ। और फाइनली इत्थे की तैयार होगी? इत्थे आके की तैयार होगी? इत्थे आके होगी गंगा तैयार होगी, ठीक है। इत्थों तक तो आपां नूं समझ लग गया। हुण अग्गों आपां इहनूं समझदे हां। हुण ना थोड़ा जिहा होर ध्यान दो। इस तो बाद ना गंगा उत्तराखंड तो निकल के, मैं तुहानूं इस चीज़ नूं इंडिया के मैप के थ्रू क्लीयर कर देना, होर वधिया रहेगा। गंगा, हाँ जी देखो एक बारी, गंगा जदों उत्तराखंड चों निकलती है, उत्तराखंड चों निकल के उत्तराखंड चों निकल के जाती है यूपी। यूपी तो बाद गंगा जाती है बिहार। हुण ना बिहार दे विच उपरों इस साइड तो गंगा दे नाल ना एक होर नदी आके मिलती है जिसनूं कहा जाता है कोसी नदी। और एक कोसी नदी का अदर नाम है, इंपोर्टेंट है, पेपर च पूछा जाता होंदा है, सोरो ऑफ बिहार। इनू बिहार का सोरो भी कह दिता जाता है, ठीक है। इस तो बाद गंगा जिहड़ी वो जाती है अगेन वैसट बंगाल च आके। गंगा के 2 पार्ट हो जाते हैं। एक पार्ट तो चला जाता वैसट बंगाल तो बंगाल की खाड़ी और दूसरा पार्ट किधर चला जाता है? बांग्लादेश तो बंगाल की खाड़ी, ठीक है। हुण इत्थे मैं तुहानूं एक होर इंपोर्टेंट नॉलेज वाली गल दसदा कि जिहड़ा पार्ट तां वैसट बंगाल तो
ਬੰਗਾਲ ਦੀ ਖਾੜੀ ਦੇ ਵਿੱਚ ਜਾਂਦਾ ਹੈ, ਇਹ ਵਾਲਾ ਫਸਟ ਪਾਰਟ। ਇਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨਦੀ ਨੂੰ ਨਾਮ ਜਾਣਿਆ ਜਾਂਦਾ, ਇਸ ਦਾ ਨਾਮ ਹੈ ਹੁਗਲੀ ਰਿਵਰ। ਕੀ ਨਾਮ ਹੈ ਜੀ? ਤਾਂ ਆਨਸਰ ਆਏਗਾ ਹੁਗਲੀ ਰਿਵਰ। ਜਿਹੜਾ ਪਾਰਟ ਇਸ ਦਾ ਨਾਮ ਹੈ ਹੁਗਲੀ, ਜਿਹੜਾ ਪਾਰਟ ਵਾਇਆ ਬੰਗਲਾਦੇਸ਼ ਹੋ ਕੇ ਇਹਦੇ 'ਚ ਬੇ ਆਫ ਬੰਗਾਲ 'ਚ ਜਾਂਦਾ ਹੈ, ਤਾਂ ਇਸ ਦਾ ਨਾਮ ਹੈ ਪਦਮਾ ਰਿਵਰ। ਕੀ ਨਾਮ ਹੈ? ਪਦਮਾ ਰਿਵਰ। ਠੀਕ ਹੈ, ਤਾਂ ਹੁਣ ਆਪਾਂ ਗੰਗਾ ਬਾਰੇ ਅੱਗੋਂ ਦੇਖਦੇ ਹਾਂ ਨੈਕਸਟ। ਹਾਂਜੀ, ਇਹ ਸਲਾਈਡ 'ਤੇ ਹੁਣ ਆਪਾਂ ਰੀਡ ਕਰਦੇ ਹਾਂ ਜੋ ਵੀ ਸਾਰਾ ਮੈਂ ਤੁਹਾਨੂੰ ਸਮਝਾਇਆ। ਉਹ ਕਹਿੰਦਾ ਗੰਗਾ ਟੋਟਲ ਲੈਂਥ ਹੈ 25 ਮੀਟਰ। ਓਕੇ, ਗੰਗਾ ਜਿਹੜੀ ਹੈ ਉਹ ਕਿਹੜੀਆਂ ਜਿਹੜੀਆਂ ਸਟੇਟਸ ਨੂੰ ਕ੍ਰੋਸ ਕਰਦੀ ਹੈ? ਤਾਂ ਲਿਖਿਆ ਹੈ, ਦੇਖ ਲਓ, ਉੱਤਰਾਖੰਡ, ਯੂਪੀ, ਬਿਹਾਰ ਅਤੇ ਵੈਸਟ ਬੰਗਾਲ। ਉਸ ਤੋਂ ਬਾਅਦ ਅੱਗੋਂ ਲਿਖਿਆ ਹੈ ਉਹੀ ਚੀਜ਼, ਅਲਕਨੰਦਾ ਮੀਟ ਕਰਦੀ ਹੈ ਬਾਗੀਰਥੀ ਨੂੰ ਦੇਵ ਪ੍ਰਯਾਗ 'ਤੇ। ਬਿਫੋਰ ਅਲਕਨੰਦਾ ਮੀਟ ਬਾਗੀਰਥੀ ਐਟ ਦੇਵ ਪ੍ਰਯਾਗ, ਮੰਦਾਕਿਨੀ ਮੀਟ ਕਰ ਜਾਂਦੀ ਹੈ ਅਲਕਨੰਦਾ ਨੂੰ ਰੁਦਰ ਪ੍ਰਯਾਗ 'ਤੇ। ਠੀਕ ਹੈ ਜੀ। ਗੰਗਾ ਦਾ ਸਭ ਤੋਂ ਵੱਡੀ ਟ੍ਰਿਬਿਊਟਰੀ ਦਾ ਨਾਮ ਹੈ ਯਮੁਨਾ। ਠੀਕ ਹੈ, ਗੰਗਾ ਦੀ ਸਭ ਤੋਂ ਵੱਡੀ ਟ੍ਰਿਬਿਊਟਰੀ ਦਾ ਨਾਮ ਹੈ ਯਮੁਨਾ। ਇਸ ਤੋਂ ਇਲਾਵਾ ਗੰਗਾ ਦੀਆਂ ਕੀ ਹੋਰ ਟ੍ਰਿਬਿਊਟਰੀਜ਼ ਹੈ? ਯੈਸ, ਗੰਗਾ ਦੀਆਂ ਟ੍ਰਿਬਿਊਟਰੀਜ਼ ਹੈ ਯਮੁਨਾ, ਇਸ ਤੋਂ ਇਲਾਵਾ ਘਾਗਰਾ, ਸੋਨ, ਗੰਦਕ, ਕੋਸੀ, ਗੋਮਤੀ ਅਤੇ ਦਮੋਦਰ। ਕੋਸੀ ਨੂੰ ਸੋਰੋ ਆਫ ਬਿਹਾਰ ਵੀ ਕਹਿ ਦਿੱਤਾ ਜਾਂਦਾ ਹੈ। ਓਕੇ, ਦਮੋਦਰ ਨੂੰ ਕੀ ਕਿਹਾ ਜਾਂਦਾ ਹੈ? ਦਮੋਦਰ ਨੂੰ ਕਹਿੰਦੇ ਆ ਸੋਰੋ ਆਫ ਬੰਗਾਲ। ਆਹ ਦੋਨੋਂ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਠੀਕ ਹੈ, ਹੁਗਲੀ ਨਦੀ ਹੈ, ਹੁਗਲੀ ਨਦੀ ਕਿਹੜੀ ਹੈ? ਜਿਹੜੀ ਕੋਲਕਾਤਾ ਦੇ ਵਿੱਚ ਫਲੋ ਕਰਦੀ ਆ। ਸਾਰੇ ਮੈਂ ਪੁਆਇੰਟਸ ਤੁਹਾਨੂੰ ਹੁਣੇ ਸਮਝਾਏ ਹੈ। ਠੀਕ ਹੈ, ਹੁਣ ਇੱਥੇ ਨਾ ਅੱਗੋਂ ਆਪਾਂ ਡਿਸਕਸ ਕਰਾਂਗੇ ਵੀ ਗੰਗਾ ਦਾ ਜਿਹੜਾ ਪੂਰੇ ਆਲ ਓਵਰ ਵਰਲਡ ਆਪਾਂ ਕਹਿ ਦਈਏ ਵੀ ਇੱਕ ਗੰਗਾ ਅਤੇ ਬ੍ਰਹਮਪੁੱਤਰ ਹੈ ਨਾ, ਅੱਗੋਂ ਇੱਕ ਇੰਪੋਰਟੈਂਟ ਜਿਹੜੀ ਹੈ ਇੱਕ ਡੈਲਟਾ ਕ੍ਰੀਏਟ ਕਰਦੀਆਂ। ਤਾਂ ਮੈਂ ਤੁਹਾਨੂੰ ਅੱਗੋਂ ਹੁਣੇ ਐਕਸਪਲੇਨ ਕਰੂੰਗਾ। ਤਾਂ ਆਪਾਂ ਨੈਕਸਟ ਰਿਵਰ ਦੇ ਬਾਰੇ ਡਿਸਕਸ਼ਨ ਕਰਦੇ ਹਾਂ। ਨੈਕਸਟ ਰਿਵਰ ਦਾ ਨਾਮ ਹੈ ਬ੍ਰਹਮਪੁੱਤਰ ਰਿਵਰ। ਦੇਖੋ, ਬ੍ਰਹਮਪੁੱਤਰ ਹੈ ਜਿਹੜੀ, ਇਹਦਾ ਓਰੀਜਨ ਕਿੱਥੋਂ ਹੁੰਦਾ ਹੈ? ਮਾਨਸਰੋਵਰ ਲੇਕ। ਕਿੱਥੇ? ਨੀਅਰ ਕੈਲਾਸ਼, ਹਿਮਾਲਿਆ ਦੇ ਕੋਲ। ਕਿੱਥੇ? ਤਿੱਬਤ ਦੇ ਵਿੱਚੋਂ। ਔਰ ਇੱਥੇ ਇਹਦਾ ਨਾਮ ਕੀ? ਇਹਦੇ ਨਾ ਨਾਮ ਬਹੁਤ ਇੰਪੋਰਟੈਂਟ ਹੈ। ਜਦੋਂ ਇਹ ਓਰੀਜਨ ਹੁੰਦੀ ਹੈ, ਜਦੋਂ ਇਹਦਾ ਓਰੀਜਨ ਹੁੰਦਾ ਹੈ ਤਾਂ ਇਹਨੂੰ ਕਹਿੰਦੇ ਆ ਯਾਰਲਿੰਗ ਟੀ ਸੈਂਗ ਪੋ ਰਿਵਰ। ਟੀ ਸੈਂਗ ਪੋ। ਠੀਕ ਹੈ, ਸੈਂਗ ਪੋ ਬੋਲ ਦਿੰਦੇ ਆ, ਟੀ ਸਾਈਲੈਂਸ ਹੁੰਦੀ ਹੈ। ਠੀਕ ਹੈ, ਇਹ ਕਿੱਥੇ ਨਾਮ ਇਹਦਾ? ਤਾਂ ਇਹਦਾ ਜਿਹੜਾ ਇਹ ਨਾਮ ਹੈ ਜਿੱਥੇ ਇਹਦਾ ਓਰੀਜਨ ਹੁੰਦਾ ਉੱਥੇ ਹੈ। ਉਸ ਤੋਂ ਬਾਅਦ ਜਦੋਂ ਇਹ ਇੰਡੀਆ 'ਚ ਅਰੁਣਾਚਲ ਪ੍ਰਦੇਸ਼ 'ਚ ਆਉਂਦੀ ਹੈ ਤਾਂ ਇਹਦਾ ਫਲੋ ਦੇਖ ਲਓ। ਪਹਿਲਾਂ ਓਰੀਜਨ ਹੋਇਆ ਇਹਦਾ ਇੱਥੇ, ਇਸ ਜਗ੍ਹਾ 'ਤੇ ਓਰੀਜਨ ਹੋ ਰਿਹਾ। ਉਸ ਤੋਂ ਬਾਅਦ ਇਹ ਇੰਡੀਆ ਦੇ ਅਰੁਣਾਚਲ ਪ੍ਰਦੇਸ਼ 'ਚ ਇੱਥੇ ਆ ਗਈ ਹੈ, ਇੱਥੇ ਆ ਗਈ ਅਰੁਣਾਚਲ ਪ੍ਰਦੇਸ਼ 'ਚ। ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਦਿਹਾਂਗ ਰਿਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦਿਹਾਂਗ ਰਿਵਰ। ਠੀਕ ਹੈ, ਦਿਹਾਂਗ ਰਿਵਰ। ਇਸ ਤੋਂ ਬਾਅਦ ਅਸਾਮ 'ਚ ਆਉਂਦੀ ਹੈ। ਅਸਮ 'ਚ ਜਦੋਂ ਇਹ ਆਉਂਦੀ ਹੈ ਤਾਂ ਫਾਈਨਲੀ ਅਸਮ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਹੈ? ਤਾਂ ਅਸਮ ਦੇ ਵਿੱਚ ਇਹਨੂੰ ਦਾ ਨਾਮ ਦਿੱਤਾ ਜਾਂਦਾ ਹੈ ਬ੍ਰਹਮਪੁੱਤਰ ਰਿਵਰ। ਕਈ ਵਾਰੀ ਐਗਜ਼ਾਮੀਨਰ ਐਵੇਂ ਵੀ ਕੁਐਸਚਨ ਪੁੱਛ ਲੈਂਦਾ ਹੈ ਵੀ ਅਸਮ ਦੇ ਵਿੱਚ ਇਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਅਤੇ ਉੱਥੇ ਆ ਕੇ ਇਹਦਾ ਜਿਹੜਾ ਬ੍ਰਹਮਪੁੱਤਰ ਨਾਮ ਪਿਆ। ਜਦੋਂ ਸ਼ੁਰੂ ਹੋਈ ਸੀ ਤਾਂ ਉਹਨੂੰ ਸਾਂਗਪੋ ਕਹਿੰਦੇ ਸੀ, ਦੈਨ ਦਿਹਾਂਗ, ਇੱਥੇ ਦਿਹਾਂਗ ਕਿਹਾ ਗਿਆ। ਔਰ ਅਸਮ ਦੇ ਵਿੱਚ ਆ ਕੇ ਇਹਦਾ ਨਾਮ ਕੀ ਆ ਗਿਆ? ਅਤੇ ਇਹਦਾ ਨਾਮ ਆ ਗਿਆ ਬ੍ਰਹਮਪੁੱਤਰ ਰਿਵਰ। ਹੁਣ ਇਹ ਐਗਜ਼ਾਮ ਪੁਆਇੰਟ ਆਫ ਵਿਊ ਲਈ ਇੰਪੋਰਟੈਂਟ ਕਿਉਂ ਹੈ? ਹੁਣ ਇਹਨੂੰ ਧਿਆਨ ਨਾਲ ਸਮਝੋ। ਐਕਚੁਅਲੀ ਹੁੰਦਾ ਕੀ ਹੈ, ਜਦੋਂ ਆਪਾਂ ਇਹਨੂੰ ਅਗੇਨ ਮੈਪ ਦੇ ਥਰੂ ਸਮਝਦੇ ਹਾਂ। ਦੇਖੋ, ਇਹ ਇੰਡੀਆ ਦਾ ਬਲੈਂਕ ਪੋਲੀਟੀਕਲ ਮੈਪ ਹੈ। ਹਾਂਜੀ, ਦੇਖੋ, ਇੱਥੋਂ ਬ੍ਰਹਮਪੁੱਤਰ ਦਾ ਮਾਨਸਰੋਵਰ ਲੇਕ 'ਚ ਓਰੀਜਨ ਹੋਇਆ। ਇਸ ਸਾਈਡ 'ਤੇ ਗਈ, ਇਸ ਸਾਈਡ 'ਤੇ ਆ ਗਿਆ ਅਰੁਣਾਚਲ। ਅਰੁਣਾਚਲ ਤੋਂ ਬਾਅਦ ਇੱਧਰ ਨੂੰ ਮੁੜ ਗਈ, ਅਸਾਮ ਦੇ ਵਿੱਚ ਆ ਗਿਆ। ਜਦੋਂ ਇਹ ਅਸਾਮ ਦੇ ਵਿੱਚ ਬ੍ਰਹਮਪੁੱਤਰ ਨਦੀ ਪਹੁੰਚੀ ਨਾ, ਤਾਂ ਇਹ ਨਾ ਇੱਕ ਕੁਦਰਤੀ ਆਈਲੈਂਡ ਬਣਾਉਂਦੀ ਹੈ ਜਿਸ ਦਾ ਨਾਮ ਹੈ, ਇੱਕ ਆਈਲੈਂਡ ਹੈ। ਆਈਲੈਂਡ ਹੁੰਦਾ ਹੈ ਜਿਹੜਾ ਸਾਰੀ ਸਾਈਡ ਤੋਂ ਪਾਣੀ ਨਾਲ ਘਿਰਿਆ ਹੋਵੇ, ਇੱਕ ਟਾਪੂ। ਤਾਂ ਆਈਲੈਂਡ ਹੈ ਜਿਸ ਦਾ ਨਾਮ ਕੀ ਹੈ? ਤਾਂ ਤੁਸੀਂ ਆਨਸਰ ਦਿਓਗੇ ਸਰ, ਇਸ ਦਾ ਨਾਮ ਹੈ ਮਜੂਲੀ ਆਈਲੈਂਡ। ਜਦੋਂ ਇਹ ਮਜੂਲੀ ਆਈਲੈਂਡ ਬਣਾਉਣ ਤੋਂ ਬਾਅਦ ਆਪਾਂ ਪੜ੍ਹਿਆ ਸੀ ਅਸਾਮ ਦੇ ਵਿੱਚ ਇਹਨੇ ਕਿੱਥੇ ਬਣਾਇਆ, ਇਹ ਵੀ ਨੋਟ ਕਰ ਲਓ। ਆਈਲੈਂਡ ਕਿੱਥੇ ਬਣਾਇਆ? ਆਪਣਾ ਆਨਸਰ ਆਏਗਾ ਸਰ, ਆਈਲੈਂਡ ਇਹਨੇ ਅਸਾਮ ਦੇ ਵਿੱਚ ਬਣਾਇਆ। ਜਦੋਂ ਮਜੂਲੀ ਆਈਲੈਂਡ ਇਹਨੇ ਬਣਾ ਲਿਆ, ਉਸ ਤੋਂ ਬਾਅਦ ਇਹ ਕੀ ਕਰਦੀ ਹੈ? ਬੰਗਲਾਦੇਸ਼ 'ਚ ਫਲੋ ਕਰਨ ਲੱਗ ਜਾਂਦੀ ਹੈ। ਬੰਗਲਾਦੇਸ਼ ਤੋਂ ਹੋ ਕੇ ਕਿੱਥੇ ਚਲੀ ਜਾਏਗੀ? ਬੰਗਾਲ ਦੀ ਖਾੜੀ ਚਲੀ ਜਾਏਗੀ।
ਤੁਹਾਨੂੰ ਯਾਦ ਹੋਏਗਾ ਹੁਣੇ ਹੁਣੇ ਆਪਾਂ ਕਵਰ ਕੀਤਾ ਇੱਥੋਂ ਉੱਤਰਾਖੰਡ ਚੋਂ ਇੱਕ ਨਦੀ ਨਿਕਲ ਕੇ ਆਈ ਸੀ ਜਿਸ ਦਾ ਨਾਮ ਸੀ ਗੰਗਾ। ਯੂਪੀ ਤੋਂ ਬਿਹਾਰ ਚੋਂ ਵੈਸਟ ਬੰਗਾਲ 'ਚ ਆ ਕੇ ਇਹਦੇ ਦੋ ਪਾਰਟ ਹੋ ਗਏ ਸੀ। ਇੱਕ ਇੱਧਰ ਆ ਗਿਆ ਸੀ ਗੰਗਾ ਦਾ ਪਾਰਟ, ਇਹਨੂੰ ਆਪਾਂ ਜੀ ਲਿਖ ਦਿੰਦੇ ਹਾਂ ਕਿਉਂਕਿ ਇਹ ਗੰਗਾ ਦਾ ਪਾਰਟ ਹੈ। ਇੱਕ ਪਾਰਟ ਇੱਧਰ ਆ ਗਿਆ ਸੀ ਵੈਸਟ ਬੰਗਾਲ, ਔਰ ਦੂਸਰਾ ਪਾਰਟ ਆ ਕੇ ਇੱਧਰ ਚਲਾ ਗਿਆ ਸੀ, ਕਿੱਧਰ, ਬੰਗਲਾਦੇਸ਼। ਹੁਣ ਇੱਕ ਗੱਲ ਇੱਥੇ ਇੰਪੋਰਟੈਂਟ ਹੈ ਜਿਹੜੀ ਜੋ ਐਗਜ਼ਾਮੀਨਰ ਪੁੱਛਦਾ ਹੈ, ਇਹ ਨਾ ਜਦੋਂ ਦੋਨੋਂ ਨਦੀਆਂ ਆਪਸ 'ਚ ਮਿਲ ਜਾਂਦੀਆਂ, ਮੈਂ ਤੁਹਾਨੂੰ ਨਾਮ ਵੀ ਦੱਸੇ ਸੀ, ਮੈਂ ਪੈਨ ਦੋਨੋਂ ਦੇ ਲਈ ਤਾਂ ਹੀ ਅਲੱਗ ਯੂਜ਼ ਕਰ ਰਿਹਾ। ਦੇਖੋ ਆਹ ਵਾਲੀ ਰਿਵਰ ਦਾ ਹੁਣੇ ਆਪਾਂ ਨਾਮ ਪੜ੍ਹਿਆ ਸੀ, ਆਹ ਤਾਂ ਹੋ ਗਈ ਸਾਈਡ 'ਤੇ ਹੀ ਹੋ ਗਈ ਹੈ ਨਾ, ਇਹਨੂੰ ਆਪਾਂ ਹੁਗਲੀ ਕਹਿਤਾ ਸੀ, ਅਤੇ ਇਸ ਦਾ ਨਾਮ ਸੀ ਪਦਮਾ। ਤੁਹਾਨੂੰ ਯਾਦ ਹੋਊਗਾ। ਆਹ ਜਿਹੜੀ ਹੈ ਆਹ ਵਾਲੀ ਰਿਵਰ, ਇਸ ਦਾ ਨਾਮ ਹੈ ਜਮੁਨਾ, JAMUNA। ਹੁਣ ਐਗਜ਼ਾਮੀਨਰ ਕੁਐਸਚਨ ਕੀ ਪੁੱਛਦਾ ਹੈ, ਪਦਮਾ ਪਲੱਸ ਜਮੁਨਾ, ਵੈਸੇ ਜੀ ਨਾਲ ਹੈ ਜੀ, ਜੀ ਨਾਲ ਜਮੁਨਾ, ਇਹਨਾਂ ਦੋਵਾਂ ਨੂੰ ਕੀ ਕਿਹਾ ਜਾਂਦਾ ਹੈ, ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਮੇਘਨਾ। ਠੀਕ ਹੈ, ਪਦਮਾ ਕਿਹੜੀ ਹੈ, ਪਦਮਾ ਉਹ ਵਾਲੀ ਰਿਵਰ ਹੈ ਜਿਹੜੀ ਗੰਗਾ ਆ ਰਹੀ ਸੀ ਬੰਗਲਾਦੇਸ਼ 'ਚ, ਔਰ ਜਮੁਨਾ ਉਹ ਵਾਲੀ ਰਿਵਰ ਹੈ ਜਿਹੜੀ ਬ੍ਰਹਮਪੁੱਤਰ ਆ ਰਹੀ ਸੀ, ਔਰ ਇਹਨਾਂ ਦੋਵਾਂ ਨੂੰ ਕਿਹਾ ਕੀ ਜਾਏਗਾ, ਅਤੇ ਇਹਨਾਂ ਦੋਵਾਂ ਨੂੰ ਕਿਹਾ ਜਾਏਗਾ ਮੇਘਨਾ। ਹੁਣ ਇੱਥੇ ਇੱਕ ਇੰਪੋਰਟੈਂਟ ਪੁਆਇੰਟ ਹੋਰ ਹੈ, ਇਹ ਦੋਨੋਂ ਰਿਵਰ ਜਦੋਂ ਦੋਨੋਂ ਆਪਸ ਦੇ ਵਿੱਚ ਮਿਲ ਗਈਆਂ, ਤਾਂ ਇਹਨਾਂ ਨੇ ਨਾ ਇੱਥੇ ਇੱਕ ਡੈਲਟਾ ਬਣਾਇਆ, ਤਾਂ ਜਿਸ ਡੈਲਟੇ ਦਾ ਨਾਮ ਕੀ ਹੈ, ਸੁੰਦਰਬਨ ਡੈਲਟਾ। ਯਾਦ ਰੱਖਿਓ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ ਸੁੰਦਰਬਨ, BAN ਸੁੰਦਰਬਨ। ਔਰ ਇਹਦਾ ਨਾਮ ਸੁੰਦਰਬਨ ਇਸ ਕਰਕੇ ਪਿਆ ਜੀ ਕਿਉਂਕਿ ਇੱਥੇ ਨਾ ਸੁੰਦਰੀ ਨਾਮ ਦੇ ਦਰਖਤ ਹੈ, ਸੁੰਦਰੀ ਨਾਮ ਦੇ ਟਰੀਜ਼ ਲੱਗੇ ਹੋਏ ਹੈ, ਔਰ ਉਸ ਕਰਕੇ ਸੁੰਦਰਬਨ, ਵਨ ਮਤਲਬ ਜੰਗਲ, ਤਾਂ ਉੱਥੋਂ ਇਹਦਾ ਨਾਮ ਪੈ ਗਿਆ ਸੁੰਦਰਬਨ ਡੈਲਟਾ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹਦੀ ਪ੍ਰੋਪਰ ਅੰਡਰਸਟੈਂਡਿੰਗ ਹੋ ਗਈ ਹੋਏਗੀ ਇਸ ਰਿਵਰ ਦੀ ਵੀ। ਆਪਾਂ ਨੈਕਸਟ ਰਿਵਰ ਵੱਲ ਮੂਵ ਕਰਦੇ ਹਾਂ। ਨੈਕਸਟ ਰਿਵਰ ਹੈ ਜਿਹੜੀ ਉਹ ਆਪਣੀ ਇੰਦਸ ਹੈ, ਸਿੰਧ ਨਦੀ ਹੈ ਜਿਹੜੀ, ਇਹਦੇ ਬਾਰੇ ਆਪਾਂ ਸਟੱਡੀ ਕਰਾਂਗੇ। ਤਾਂ ਨੈਕਸਟ ਰਿਵਰ ਦੇਖੋ ਇੰਦਸ ਰਿਵਰ ਹੈ ਜਿਹੜੀ, ਇਹ ਕਿੱਥੋਂ ਰਾਈਜ਼ ਹੁੰਦੀ ਹੈ, ਤਾਂ ਆਪਣਾ ਆਨਸਰ ਆਏਗਾ ਵੈਸਟਰਨ ਤਿੱਬਤ, ਅਗੇਨ ਨੀਅਰ ਮਾਨਸਰੋਵਰ ਲੇਕ, ਉੱਥੋਂ ਇਹਦਾ ਓਰੀਜਨ ਹੁੰਦਾ ਹੈ। ਔਰ ਜਿਹੜੀ ਇੰਦਸ ਵੈਲੀ ਸਿਵਲਾਈਜੇਸ਼ਨ ਹੈ, ਇਸ ਦਾ ਨਾਮ ਇਸ ਰਿਵਰ ਕਰਕੇ ਹੀ ਪਿਆ ਹੈ, ਇੰਦਸ ਰਿਵਰ ਕਰਕੇ, ਸਿੰਧ ਨਦੀ ਕਰਕੇ। ਇਹਦੀ ਲੈਂਥ ਹੈਗੀ ਹੈ ਲਗਭਗ 2900 ਕਿਲੋਮੀਟਰ। ਠੀਕ ਹੈ, ਇਹਦੇ ਬਾਰੇ ਕੁਝ ਇੰਪੋਰਟੈਂਟ ਪੁਆਇੰਟ ਆ ਦੇਖੋ। ਇਹਦਾ ਓਰੀਜਨ ਹੈ ਜਿਹੜਾ ਉਹ ਇਸ ਮਾਨਸਰੋਵਰ ਲੇਕ ਤੋਂ ਹੈ। ਉਸ ਤੋਂ ਬਾਅਦ ਇਹ ਇੱਥੋਂ ਹੁੰਦੀ ਹੋਈ ਇੰਡੀਆ ਦੇ ਵਿੱਚ ਆਈ, ਲੱਦਾਖ ਦੇ ਏਰੀਏ ਦੇ ਵਿੱਚ ਸਿਆਚੀਨ ਗਲੇਸ਼ੀਅਰ 'ਚ ਆਏਗੀ, ਔਰ ਉਸ ਤੋਂ ਬਾਅਦ ਕਿੱਧਰ ਚਲੀ ਜਾਏਗੀ ਇਹ, ਦੈਨ ਨੈਕਸਟ ਡੇ ਪਾਕਿਸਤਾਨ ਦੇ ਵਿੱਚ ਜਾ ਕੇ, ਉਸ ਤੋਂ ਬਾਅਦ ਸ਼ਹਿਰ ਕਰਾਚੀ 'ਚ ਹੁੰਦੀ ਹੋਈ, ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਹੁੰਦੀ ਹੋਈ ਫਾਈਨਲੀ ਕਿੱਥੇ ਡਿੱਗ ਜਾਏਗੀ, ਅਰਬ ਸਾਗਰ ਦੇ ਵਿੱਚ, ਅਰੇਬੀਅਨ ਸੀ ਦੇ ਵਿੱਚ ਐਂਡ ਹੋ ਜਾਏਗਾ। ਠੀਕ ਹੈ ਜੀ, ਹੁਣ ਇੱਥੇ ਕੁਝ ਇੰਪੋਰਟੈਂਟ ਪੁਆਇੰਟ ਹੈ। ਜੰਮੂ ਕਸ਼ਮੀਰ ਕਿੱਥੇ ਹੈ, ਮਤਲਬ ਜਿਹੜਾ ਇਹ ਲੱਦਾਖ ਦੇ ਵਿੱਚ ਐਂਟਰ ਹੁੰਦੀ ਹੈ, ਉਸ ਤੋਂ ਬਾਅਦ ਇਹ ਜੰਮੂ ਕਸ਼ਮੀਰ ਦੇ ਵਿੱਚ ਜਾਂਦੀ ਹੈ। ਦੈਨ ਉਸ ਤੋਂ ਬਾਅਦ ਇਹ ਕੀ ਹੈ ਜੀ, ਇਹ ਲੇਹ ਦੇ ਵਿੱਚ ਕਿਹੜੀ ਰਿਵਰ ਦੇ ਨਾਲ ਜੁਆਇਨ ਹੁੰਦੀ ਹੈ, ਤਾਂ ਇਸ ਦਾ ਨਾਮ ਹੈ, ਉਹ ਰਿਵਰ ਹੈ ਜਸਕਾਰ ਰਿਵਰ, ਜਿਹਦੇ ਨਾਲ ਇਹ ਲੇਹ ਦੇ ਵਿੱਚ ਜੁਆਇਨ ਕਰਦੀ ਹੈ। ਇੱਕ ਗੱਲ ਇੰਪੋਰਟੈਂਟ ਆ ਵਾਲੀ ਬਹੁਤ ਜ਼ਿਆਦਾ ਜਿਹੜੀ ਵਾਰ-ਵਾਰ ਪੇਪਰ 'ਚ ਪੁੱਛੀ ਜਾਂਦੀ ਹੈ, ਆਹ ਪੁਆਇੰਟ ਕਾਫੀ ਇੰਪੋਰਟੈਂਟ ਹੈ। ਮਿਠਾਨਕੋਟ ਇੱਕ ਪੁਆਇੰਟ ਹੈ, ਇੱਥੇ ਨਾ ਪੰਜ ਨਦੀਆਂ ਇੱਥੇ ਆ ਕੇ ਮਿਲਦੀਆਂ, ਪਾਕਿਸਤਾਨ 'ਚ ਮਿਠਾਨਕੋਟ ਪੁਆਇੰਟ ਹੈ ਇੱਕ, ਮਿਠਾਨਕੋਟ। ਕਿਹੜੀਆਂ 5 ਨਦੀਆਂ ਮਿਲਦੀਆਂ, ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਇਹ 5 ਨਦੀਆਂ ਇੰਦਸ ਦੇ ਨਾਲ ਜਿਹੜੇ ਪੁਆਇੰਟ 'ਤੇ ਆ ਕੇ ਮਿਲਦੀਆਂ ਨਾ, ਉਸ ਨੂੰ ਮਿਠਾਨਕੋਟ ਕਹਿੰਦੇ ਆ। ਜਸਟ ਲਾਈਕ ਦੈਟ ਕਿ ਇਸ ਜਗ੍ਹਾ 'ਤੇ ਇੱਥੇ ਜੇ ਆ ਕੇ ਐਂਡ 'ਤੇ ਤੁਸੀਂ ਇੱਥੇ ਸਮਝ ਲਓ, ਇੱਥੇ ਜੇ ਆ ਕੇ ਨਾ ਜਿਹੜਾ ਇਹ ਮਿਠਾਨਕੋਟ ਪੁਆਇੰਟ ਆ ਗਿਆ ਇਸ ਜਗ੍ਹਾ 'ਤੇ, ਸਤਲੁਜ, ਰਾਵੀ, ਬਿਆਸ, ਜੇਹਲਮ, ਚਨਾਬ ਪਲੱਸ ਇੰਦਸ ਜਿੱਥੇ ਆ ਕੇ ਮਿਲ ਗਈਆਂ ਉਸ ਨੂੰ ਮਿਠਾਨਕੋਟ ਕਹਿੰਦੇ ਆ। ਠੀਕ ਹੈ ਜੀ,
ਔਰ ਲਾਸਟ ਇਹਦਾ ਪੁਆਇੰਟ ਕੀ ਹੈ ਵੀ ਇਹਦਾ ਐਂਡ ਪੁਆਇੰਟ ਕੀ ਆ ਗਿਆ, ਤਾਂ ਇਸ ਦਾ ਐਂਡ ਪੁਆਇੰਟ ਆ ਗਿਆ ਆਪਣਾ ਜਿਹੜਾ ਅਰੇਬੀਅਨ ਸੀ ਹੈ। ਠੀਕ ਹੈ, ਇੱਕ ਇੰਪੋਰਟੈਂਟ ਗੱਲ ਹੋਰ ਹੈ ਇੱਥੇ, ਇੱਕ ਇੰਦਸ ਵਾਟਰ ਟਰੀਟੀ ਹੋਈ ਸੀ, ਕਿਹਦੇ ਵਿੱਚ ਹੋਈ ਸੀ, ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਹੋਈ ਸੀ। ਕਦੋਂ ਹੋਈ ਸੀ? 19 ਸਤੰਬਰ 1960 ਦੇ ਵਿੱਚ ਹੋਈ ਸੀ। ਇੰਡੀਆ ਵੱਲੋਂ ਕਿੰਨੇ ਸਾਈਨ ਕੀਤੀ ਸੀ? ਤਾਂ ਇੰਡੀਆ ਵੱਲੋਂ ਜਵਾਹਰ ਲਾਲ ਨਹਿਰੂ, ਇੰਡੀਆ ਦੇ ਫਸਟ PM ਹੈ ਜਿਹੜੀ, ਉਹਨਾਂ ਨੇ ਸਾਈਨ ਕੀਤੀ ਸੀ। ਔਰ ਇਹਦੇ 'ਤੇ ਜਿਹੜੇ UN ਦੀ ਵੀ ਇਹਦੇ 'ਤੇ ਸਹਿਮਤੀ ਹੈ। ਇਹਦੇ ਅਕੋਰਡਿੰਗ ਹੈ ਜਿਹੜਾ ਇੰਡੀਆ ਸਿਰਫ 20% ਹੈ ਜਿਹੜਾ ਵਾਟਰ ਹੈ ਟੋਟਲ ਡਿਸਚਾਰਜ ਵਾਟਰ ਦਾ, ਸਿਰਫ 20% ਕੈਨ ਯੂਜ਼, ਇੰਡੀਆ ਸਿਰਫ 20% ਪਾਣੀ ਹੀ ਇਸ ਦਾ ਯੂਜ਼ ਕਰ ਸਕਦਾ ਹੈ। ਠੀਕ ਹੈ ਜੀ, ਇਹ ਆਪਣਾ ਰਿਵਰ ਸਿਸਟਮ ਸੀਗਾ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਲਾਈਕ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮੱਚ। ਨੈਕਸਟ ਵੀਡੀਓ ਨੈਕਸਟ ਪਾਰਟ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ, ਜਿਸ 'ਚ ਆਪਾਂ ਰਿਵਰ ਸਿਸਟਮ ਪਾਰਟ 2 ਡਿਸਕਸ ਕਰਾਂਗੇ ਜੀ। ਥੈਂਕ ਯੂ ਸੋ ਮੱਚ।